औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाहि रब्बिल आलमीन वल आक़िबतु लिल मुत्तक़ीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर कालों तुहाडे नाल CNP ਦੇ ਪਲੇਟਫਾਰਮ ਤੋਂ ਗੁਜ਼ਾਰਿਸ਼ਾਤ ਕਰ ਰਿਹਾ ਹਾਂ। ਦੋਸਤੋ ਅੱਜ ਦਾ ਜਿਹੜਾ ਟਾਪਕ ਆ ਉਹ ਹੈ ਸਾਵਣ ਭਾਦੋਂ। ਬਿਲਕੁਲ ਉਸ ਤਰ੍ਹਾਂ ਹੀ ਆ। ਉਹਨੇ ਇੱਕ ਇੰਡੀਆ ਦਾ ਗਾਣਾ ਹੈ ਨਾ, ਮੇਰੇ ਨੈਣਾ ਸਾਵਣ ਭਾਦੋਂ ਫਿਰ ਵੀ ਮੇਰਾ ਮਨ ਪਿਆਸਾ। ਸਾਡੇ ਸਾਵਣ ਭਾਦੋਂ ਆ ਜੇ ਅਸੀਂ ਦੁਆ ਮੰਗਨੇ ਆ ਕਿ ਅੱਲਾ ਦੀ ਰਹਿਮਤ ਆਈ ਆ, ਲੇਕਿਨ ਸਾਡੀ ਇਹ ਰਹਿਮਤ ਵੀ ਬਾਜ਼ ਔਕਾਤ ਜ਼ਹਿਮਤ ਬਣ ਜਾਂਦੀ ਹੈ ਔਰ ਬਹੁਤ ਬੜੀ ਜ਼ਹਿਮਤ ਬਣ ਜਾਂਦੀ ਹੈ। ਇਸ ਵਾਸਤੇ ਛੋਟੇ ਛੋਟੇ ਸਾਡੇ ਪੁਆਇੰਟਸ ਨੇ, ਛੋਟੇ ਛੋਟੇ ਸਾਡੇ ਨੁਕਤੇ ਨੇ, ਛੋਟੇ ਛੋਟੇ ਸਾਡੇ ਵਾਸਤੇ ਇਹਦੇ ਮਾਮਲਾਤ ਨੇ ਜਿੱਤੇ ਅਗਰ ਅਸੀਂ ਤਵੱਜੋ ਦਈਏ ਇਹ ਬਹੁਤ ਬੜੀ ਨਿਮਤ ਹੈ ਸਾਡੇ ਵਾਸਤੇ। ਦੋਸਤੋ ਤੁਸੀਂ ਦੇਖਿਆ ਹੋਣਾ ਅਕਸਰ ਕਿ ਜਦੋਂ ਬਾਰਿਸ਼ ਹੋ ਜਾਂਦੀ ਹੈ ਸੜਕਾਂ ਉੱਤੇ ਪਾਣੀ ਹੁੰਦਾ ਔਰ ਕੁਝ ਸਮਝਦਾਰ ਲੋਕ ਜਦੋਂ ਡਰਾਈਵਿੰਗ ਕਰਦੇ ਨੇ, ਖਾਓ ਕਾਰ ਚ ਕਰ ਰਹੇ ਨੇ, ਮੋਟਰਸਾਈਕਲ ਤੇ ਕਰ ਰਹੇ ਨੇ, ਬੜੇ ਆਰਾਮ ਨਾਲ ਚੱਲਦੇ ਨੇ ਵਿਚਾਰੇ, ਦੇਖ ਕੇ ਕਿ ਜਿਹੜਾ ਕੋਈ ਪੈਦਲ ਚੱਲ ਰਿਹਾ ਜਾਂ ਜਿਹੜਾ ਕੋਈ ਸਾਈਕਲ ਤੇ ਚੱਲ ਰਿਹਾ ਉਹਦੇ ਉੱਤੇ ਕੱਪੜੇ ਖਰਾਬ ਨਾ ਹੋਣ, ਉੱਤੇ ਪਾਣੀ ਨਾ ਪਵੇ, ਛਿੱਟਾ ਨਾ ਪੈਣ। ਲੇਕਿਨ ਕੁਝ ਜਿਹੜੇ ਨਵੇਂ ਅਮੀਰ ਬਣੇ ਹੁੰਦੇ ਨੇ, ਜਿਨ੍ਹਾਂ ਨੇ ਦਿਮਾਗ 'ਚ ਖਰਾਬੀ ਹੁੰਦੀ ਹੈ, ਦਿਮਾਗ ਦਾ ਖਲਲ ਹੁੰਦਾ, ਉਹ ਕਰਦੇ ਇਹ ਨੇ ਕਿ ਜਿਸ ਵੇਲੇ ਬੜੇ ਆਰਾਮ ਨਾਲ ਚੱਲਣਗੇ ਨਾ, ਜਿਸ ਵੇਲੇ ਕੋਈ ਬੰਦਾ ਚੱਲਦਾ ਫਿਰਦਾ ਨਜ਼ਰ ਆਏਗਾ ਰੋਡ ਦੇ ਉੱਪਰ ਸਾਈਡ ਤੇ ਜਾਂ ਸਾਈਕਲ ਵਾਲਾ ਜਾਂਦਾ ਹੈਗਾ, ਬੜੀ ਤੇਜ਼ੀ ਨਾਲ ਅੱਗੋਂ ਦੀ ਗੁਜ਼ਰਨਗੇ ਔਰ ਉਹਦੇ ਪੂਰੇ ਕੱਪੜਿਆਂ ਦਾ ਬੇੜਾ ਗਰਕ ਕਰ ਦੇਣਗੇ। ਦੋਸਤੋ ਇਹ ਜਿਹੜੀ ਬਾਤ ਆ ਇਹ ਅਖਲਾਕੀ ਤੌਰ ਤੇ ਵੀ ਗਲਤ ਆ, ਕਾਨੂੰਨੀ ਤੌਰ ਤੇ ਵੀ ਗਲਤ ਆ। ਕਾਨੂੰਨ ਕਤਲ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਕਿਸੇ ਨੂੰ ਡੀਫੇਮ ਕਰੋ ਜਾਂ ਕਿਸੇ ਨੂੰ ਉਹਦੇ ਡਰੈਸ ਆਊਟ ਕਰੋ, ਲੇਕਿਨ ਸਾਡੇ ਇਹਨੂੰ ਇੱਕ ਫੈਸ਼ਨ ਸਮਝ ਲਿਆ ਜਾਂਦਾ। ਲਿਹਾਜ਼ਾ ਇੱਕ ਤੇ ਮਿਹਰਬਾਨੀ ਕੀਤਾ ਕਰੋ ਕਿ ਅਗਰ ਤੁਸੀਂ ਕਾਰ ਅੱਲਾਹ ਤਾਲਾ ਨੇ ਤੁਹਾਨੂੰ ਦੇਤੀ ਹੈ ਨਾ ਤਾਂ ਉਹਨੂੰ ਬੜੇ ਬਾਇਜ਼ਤ ਤਰੀਕੇ ਨਾਲ ਚਲਾਓ ਔਰ ਲੋਕ ਜਿਹੜੇ ਪੈਦਲ ਚੱਲ ਰਹੇ ਨੇ ਜਾਂ ਜਿਹੜੇ ਸਾਈਕਲਾਂ ਤੇ ਚੱਲ ਰਹੇ ਨੇ ਉਹਨਾਂ ਦਾ ਇਹਤਰਾਮ ਕਰੋ, ਉਹਨਾਂ ਦਾ ਹੱਕ ਇਹ ਦਿਓ ਕਿ ਬੜੇ ਆਰਾਮ ਨਾਲ ਤੁਸੀਂ ਚੱਲੋ ਤਾਂ ਕਿ ਉਹਨਾਂ ਦੇ ਕੱਪੜੇ ਖਰਾਬ ਨਾ ਹੋਣ। ਦੂਸਰੇ ਨੰਬਰ ਤੇ ਗੱਲ ਹੈ ਕਿ ਜਿਸ ਵੇਲੇ ਸਾਵਣ ਭਾਦੋਂ ਆਉਂਦਾ ਉਹਦਾ ਸਭ ਤੋਂ ਬੜਾ ਨੁਕਸਾਨ ਜਿਹੜਾ ਹੁੰਦਾ ਉਹ ਇਲੈਕਟ੍ਰਿਕ ਇਕਵਿਪਮੈਂਟਸ ਤੇ ਹੁੰਦਾ। ਇਲੈਕਟ੍ਰਿਕ ਅਲਾਇੰਸ ਜਿਤਨੇ ਵੀ ਅਪਲਾਇੰਸ ਨੇ ਸਾਰਿਆਂ ਦਾ ਪ੍ਰੋਬਲਮ ਆ ਜਾਂਦਾ, ਕਿਉਂਕਿ ਹਰ ਇੱਕ ਚ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਟੀਵੀ ਖਰਾਬ ਹੋ ਜਾਂਦੇ ਨੇ, ਕਿਸੇ ਦਾ ਮੋਟਰ ਸੜ ਜਾਂਦੀ ਹੈ, ਕਿਸੇ ਦਾ ਕੋਈ ਸਿਸਟਮ, ਕਿਸੇ ਦਾ ਕੋਈ, ਕਿਉਂਕਿ ਸਾਵਣ ਭਾਦੋਂ ਦੇ ਅੰਦਰ ਜਿਹੜਾ ਆਬੋ ਹਵਾ ਵੇ ਜਾਂ ਹਵਾ ਵਾ ਉਹਦੇ ਚ ਨਮੀ ਦੀ ਮਿਕਦਾਰ ਬਹੁਤ ਜ਼ਿਆਦਾ ਵੱਧ ਜਾਂਦੀ ਆ। ਜਦੋਂ ਨਮੀ ਦੀ ਮਿਕਦਾਰ ਵੱਧ ਜਾਂਦੀ ਆ ਉਹਨਾਂ ਦੀ ਸੈਂਸਿਟੀਵਿਟੀ, ਈਵਨ ਤਾਰਾਂ ਦੀ ਸੈਂਸਿਟੀਵਿਟੀ ਹੈ ਹੀ ਹੈ, ਈਵਨ ਇਕਵਿਪਮੈਂਟਸ ਦੀ ਸੈਂਸਿਟੀਵਿਟੀ ਬਹੁਤ ਵੱਧ ਜਾਂਦੀ ਆ, ਜਿਹਦੇ ਨਾਲ ਕੋਈ ਵੀ ਇਕਵਿਪਮੈਂਟ ਜਿਹੜਾ ਉਹ ਸ਼ਾਰਟ ਹੋ ਜਾਂਦਾ ਔਰ ਬਾਜ਼ ਔਕਾਤ ਝਟਕਾ ਲਗਾਉਂਦਾ ਇੰਨਾ ਜ਼ਬਰਦਸਤ ਕਿ ਇਨਸਾਨ ਦੀ ਜਾਨ ਹੀ ਲੈ ਜਾਂਦਾ। ਲਿਹਾਜ਼ਾ ਇੱਕ ਤੇ ਇਹ ਇਕਵਿਪਮੈਂਟਸ ਦਾ ਬੜਾ ਖਿਆਲ ਕਰੋ ਕਿ ਤੁਸੀਂ ਜਦੋਂ ਵੀ ਕੋਈ ਬਿਜਲੀ ਦਾ ਆਲੇ ਇਸਤੇਮਾਲ ਕਰੋ ਜਾਂ ਬਿਜਲੀ ਦੇ ਕੋਈ ਔਜ਼ਾਰ ਇਸਤੇਮਾਲ ਕਰੋ ਜਾਂ ਬਿਜਲੀ ਦੇ ਕੋਈ ਮਸ਼ੀਨਾਂ ਇਸਤੇਮਾਲ ਕਰੋ, ਇਹ ਬੜੇ ਇਹਤਿਆਤ ਨਾਲ ਕਰੋ ਕਿ ਖੁਦਾ ਨਾ ਖਾਸਤਾ ਕਿਤੇ ਉਹ ਸ਼ਾਰਟ ਨਾ ਹੋਈ ਹੋਣ। ਅਗਲੇ ਨੰਬਰ ਤੇ ਆ ਜਾਂਦੇ ਆ ਕਿ ਅੱਜ ਕੱਲ੍ਹ ਆ ਕੇ ਤੁਸੀਂ ਅਕਸਰ ਦੇਖਿਆ ਹੋਣਾ ਕਿ ਸਾਡੇ ਜ਼ਿਮੀਂਦਾਰਾਂ ਦੇ ਵਿਚਾਰਿਆਂ ਦੇ ਬਹੁਤ ਸਾਰਿਆਂ ਦੀਆਂ ਮਈਆਂ ਮਰ ਜਾਂਦੀਆਂ ਨੇ, ਜਾਨਵਰ ਮਰ ਜਾਂਦੇ ਨੇ ਖੰਭਿਆਂ ਨਾਲ ਲੱਗ ਕੇ। ਉਹਦੀ ਬੇਸਿਕ ਵਜ੍ਹਾ ਇਹ ਆ ਕਿ ਜਿਸ ਵੇਲੇ ਜ਼ਮੀਨ ਦੇ ਅੰਦਰ ਬਾਰਿਸ਼ ਹੁੰਦੀ ਹੈ ਜ਼ਮੀਨ ਤੇ ਉਹ ਪਾਣੀ ਖੜਾ ਹੋ ਜਾਂਦਾ। ਪਾਣੀ ਤੁਸੀਂ ਅਕਸਰ ਦੇਖਿਆ ਹੋਵੇਗਾ ਜਿਹੜੇ ਖੰਭੇ ਲਗਾਏ ਨੇ, ਖੰਭੇ ਦੇ ਨਾਲ ਇੱਕ ਅਰਥ ਵਾਇਰ ਆ ਰਹੀ ਹੁੰਦੀ ਆ, ਤਾਰ ਅਰਥ ਕਰਨ ਵਾਸਤੇ ਥੱਲੇ ਜ਼ਮੀਨ ਤੱਕ ਜਾਂਦੀ ਆ। ਉਹ ਜਿਸ ਵੇਲੇ ਗਿੱਲੀ ਹੋ ਜਾਂਦੀ ਆ ਉਤੋਂ ਜਿਹੜੇ ਪਾਈਪ ਤਾਰਾਂ ਜਿਹੜੀਆਂ ਲੱਕੜੀ ਦੇ ਬਾਲੇ ਲਗਾਏ ਨੇ ਉਹਦੇ ਉੱਤੋਂ ਦੀ ਗੁਜ਼ਰਦੀਆਂ, ਉਹ ਬਾਲੇ ਗਿੱਲੇ ਹੋ ਕੇ ਅਰਥ ਕਰ ਜਾਂਦੇ ਨੇ ਔਰ ਉਹ ਬਿਜਲੀ ਜਿਹੜੀ ਆ ਜਾਂ ਇਲੈਕਟ੍ਰਿਸਿਟੀ ਜਿਹੜੀ ਆ ਉਹ ਅਰਥ ਹੋ ਕੇ ਪੂਰੇ ਜਿਹੜਾ ਖੰਭਾ ਉਹਦੇ ਅੰਦਰ ਆ ਰਹੀ ਹੁੰਦੀ ਆ। ਫਿਰ ਜਿਹੜਾ ਵੀ ਉਹਨੂੰ ਟੱਚ ਕਰੇਗਾ ਉਹ ਚੂੰਕਿ ਪਾਣੀ ਹੋਣਾ ਵਿੱਚ, ਫਿਰ ਇਸ ਵਾਸਤੇ ਉਹਦੀ ਜਾਨ ਦਾ ਬਹੁਤ ਜ਼ਿਆਦਾ ਖਤਰਾ ਹੈ ਕਿ ਉਹ ਜਾਨ ਤੋਂ ਹੀ ਜਾਂਦਾ ਰਹੇਗਾ। ਲਿਹਾਜ਼ਾ ਆਪਣੇ ਬੱਚਿਆਂ ਨੂੰ ਵੀ ਸਮਝਾਓ, ਆਪਣੇ ਆਪ ਵੀ ਇੱਥੇ ਅਮਲ ਕਰੋ ਕਿ ਸਾਵਣ ਭਾਦੋਂ ਦੇ ਵਿੱਚ ਖੰਭਿਆਂ ਦੇ ਕਰੀਬ ਨਾ ਜਾਓ ਪਰ ਆਪਣੇ ਜਾਨਵਰਾਂ ਨੂੰ ਵੀ ਸੰਭਾਲ ਕੇ ਰੱਖੋ। ਦੋਸਤੋ ਇਸ ਤੋਂ ਇਲਾਵਾ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਸਭ ਤੋਂ ਬੜਾ ਨੁਕਸਾਨ ਇੱਕ ਹੋਰ ਹੈ ਕਿ ਲੋਕ ਲੜਾਈਆਂ ਕਰਦੇ ਨੇ। ਇਸ ਤੋਂ ਆ ਕੇ ਜ਼ਿਮੀਂਦਾਰ ਖਸੂਸਨ ਬਹੁਤ ਜ਼ਿਆਦਾ ਬਾਰਿਸ਼ ਹੋ ਗਈ, ਇੱਕ ਨੇ ਕੱਟ ਲਗਾ ਕੇ ਇੱਕ ਆਪਣੀ ਜ਼ਮੀਨ 'ਚ ਪਾਣੀ ਜ਼ਿਆਦਾ ਪੈ ਗਿਆ, ਉਹਨੂੰ ਕੱਢਣ ਵਾਸਤੇ ਦੂਸਰੀ ਜ਼ਮੀਨ 'ਚ ਕੱਟ ਕੇ ਤੇ ਸ਼ੁਰੂ ਕਰਾਤਾ। ਇਸ ਤੋਂ ਲੜਾਈਆਂ ਵੀ ਹੁੰਦੀਆਂ ਨੇ। ਲਿਹਾਜ਼ਾ ਹਰ ਬੰਦੇ ਨੂੰ ਆਪਣੇ ਤੌਰ ਤੇ ਇਹਤਿਆਤ ਕਰਨੀ ਚਾਹੀਦੀ ਹੈ ਕਿ ਆਪਣਾ ਫਾਇਦਾ ਸੋਚਦੇ ਹੋਇਆ ਕਿਸੇ ਦਾ ਨੁਕਸਾਨ ਨਾ ਕੀਤਾ ਜਾਏ।
ਲੇਕਿਨ ਇੰਤਹਾਈ ਅਫਸੋਸ ਦੀ ਗੱਲ ਇਹ ਆ ਕਿ ਸਾਡੀ ਕੌਮ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਨੇ ਜਿਹੜਾ ਆਪਣਾ 1 ਰੁਪਈਆ ਬਚਾਉਣ ਵਾਸਤੇ ਅਗਲੇ ਦਾ 100 ਰੁਪਈਏ ਦਾ ਨੁਕਸਾਨ ਕਰ ਦਿੰਦੇ ਨੇ। ਲਿਹਾਜ਼ਾ ਦੋਸਤੋ, ਇਸ ਤੋਂ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਅੱਗੇ ਸਾਵਣ ਭਾਦੋ ਦੀਆਂ ਮਿਹਰਬਾਨੀਆਂ ਔਰ ਸਾਵਣ ਭਾਦੋ ਦੇ ਫਾਇਦੇ ਕੀ ਨੇ। ਸਭ ਤੋਂ ਬੜਾ ਫਾਇਦਾ ਇਹ ਆ, ਤੁਸੀਂ ਦੇਖ ਰਹੇ ਹੋ ਗਰਮੀ ਦੀ ਸ਼ਿੱਦਤ ਦਿਨ ਦਿਨ ਫੜ ਰਹੀ ਆ, ਔਰ ਇਸ ਮੌਸਮ ਦੇ ਵਿੱਚ ਸਾਨੂੰ ਪਲਾਂਟੇਸ਼ਨ ਕਰਨੀ ਜਾਂ ਸ਼ਜਰਕਾਰਨੀ ਕਰਨੀ ਬਹੁਤ ਆਸਾਨ ਹੋ ਜਾਂਦੀ ਹੈ। ਮੇਰੇ ਦੋਸਤੋ, ਮੇਰੀ ਗੁਜ਼ਾਰਿਸ਼ ਸਭ ਨਾਲ ਹੈ ਕਿ ਤੁਸੀਂ ਅਕਸਰ ਪੜ੍ਹਿਆ ਹੋਵੇਗਾ, ਫੇਸਬੁੱਕ ਦੇ ਉੱਤੇ ਆ ਰਿਹਾ ਕਿ ਇਹ ਜਿਹੜੇ ਬੀਜ ਨੇ ਫਲਦਾਰ ਦਰਖਤਾਂ ਦੇ ਜਾਂ ਕਿਸੇ ਵੀ ਦਰਖਤ ਦੇ, ਉਹਨੂੰ ਸੰਭਾਲ ਕੇ ਰੱਖੋ, ਜ਼ਾਇਆ ਨਾ ਕਰੋ। ਸਾਵਣ ਭਾਦੋ ਦੇ ਵਿੱਚ ਖਸੂਸਨ ਉਹਨੂੰ ਖੇਤਾਂ ਦੇ ਵਿੱਚ ਸੁੱਟ ਦਿਓ, ਉਹ ਆਪਣੇ ਆਪ ਉੱਗਣਗੇ। ਜਦੋਂ ਆਪਣੇ ਆਪ ਉੱਗ ਲਾਉਣਗੇ ਫਿਰ ਉਹ ਤੁਹਾਨੂੰ ਬਗੈਰ ਮਿਹਨਤ ਕਰਨ ਤੋਂ ਆਹਿਸਤਾ ਆਹਿਸਤਾ बढ़ਦੇ ਜਾਣਗੇ ਔਰ ਸਾਡੇ ਦਰਖਤਾਂ ਦੀ ਸ਼ਜਰਕਾਰੀ ਹੁੰਦੀ ਜਾਏਗੀ, ਜਿਹਦੇ ਨਾਲ ਸਾਡਾ ਮੌਸਮ ਬਹੁਤ ਬਿਹਤਰ ਹੋ ਸਕਦਾ, ਹਰਿਆਲੀ ਆ ਸਕਦੀ ਆ, ਸਾਇਆ ਮਿਲ ਸਕਦਾ। ਤੁਸੀਂ ਅਕਸਰ ਦੇਖੋ ਸ਼ਹਿਰਾਂ ਦੇ ਅੰਦਰ ਤੁਹਾਨੂੰ ਸਾਇਆ ਨਹੀਂ ਕਿਸੇ ਜਗ੍ਹਾ ਤੇ ਮਿਲਦਾ, ਤੁਸੀਂ ਗੱਡੀ ਖੜੀ ਕਰ ਲਓ। ਲੇਕਿਨ ਅਗਰ ਅਸੀਂ ਲੋਕ ਥੋੜਾ ਜਿਹਾ ਸੋਚ ਤੋਂ ਕੰਮ ਲਵੀਏ, ਸਾਵਣ ਭਾਦੋ ਦੇ ਅੰਦਰ ਸ਼ਜਰਕਾਰੀ ਕਰੀਏ, ਪੌਦੇ ਲਗਾਈਏ, ਤੇ ਇਸ ਤੋਂ ਵੀ ਅਸੀਂ ਫਾਇਦਾ ਬਹੁਤ ਜ਼ਿਆਦਾ ਉਠਾ ਸਕਦੇ ਹਾਂ। ਦੂਸਰਾ ਬਹੁਤ ਬੜਾ ਫਾਇਦਾ ਇਹਦਾ ਇਹ ਆ ਕਿ ਇਹੀ ਮੌਸਮ ਹੁੰਦਾ ਸਾਡੇ ਕਾਸ਼ਤਕਾਰ ਭਾਈਆਂ ਵਾਸਤੇ ਮੁੰਜੀ ਬੀਜਣ ਦਾ ਜਾਂ ਚਾਵਲ ਦੀ ਫਸਲ ਬੀਜਣ ਦਾ। ਔਰ ਅੱਲਾਹ ਤਾਲਾ ਦਾ ਸ਼ੁਕਰ ਅਸੀਂ ਕਰਦੇ ਹਾਂ, ਜਦੋਂ ਬਾਰਿਸ਼ ਹੋ ਜਾਂਦੀ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਾਣੀ ਟਿਊਬਵੈਲ ਤੋਂ ਲੈਣ ਦੀ ਬਜਾਏ ਅੱਲਾਹ ਤਾਲਾ ਦੀ ਤਰਫੋਂ ਮਿਲ ਜਾਂਦਾ। ਇੱਕ ਤੇ ਪਾਣੀ ਬੜਾ ਅਲੱਗ ਕੁਆਲਿਟੀ ਦਾ ਹੁੰਦਾ, ਫਸਲ ਵਾਸਤੇ ਬਿਹਤਰੀਨ ਆ। ਦੂਸਰਾ, ਹੁਣ ਤੇਲ ਇੰਨਾ ਮਹਿੰਗਾ ਗੌਰਮੈਂਟ ਨੇ ਕਰ ਦਿੱਤਾ ਕਿ ਤੇਲ ਇਸਤੇਮਾਲ ਕਰਦਿਆਂ ਹੋਇਆ ਮੂੰਜੀ ਦੀ ਫਸਲ ਤਿਆਰ ਕਰਨੀ ਬਹੁਤ ਮਹਿੰਗੀ ਪੈਂਦੀ ਆ, ਕਿਉਂਕਿ ਹੁਣ ਅੱਲਾਹ ਤਾਲਾ ਮਦਦ ਫਰਮਾਏ ਸਾਡੇ ਭਰਾਵਾਂ ਦੀ, ਸਾਡੇ ਭਾਈਆਂ ਦੀ, ਜ਼ਿਮੀਦਾਰਾਂ ਦੀ। ਉਹਨਾਂ ਨਾਲ ਗੰਦਮ ਚ ਆ ਕੇ ਜੋ ਇਸ ਗੌਰਮੈਂਟ ਨੇ ਕੀਤਾ, ਮੈਨੂੰ ਖਤਰਾ ਇਹੀ ਆ ਕਿ ਚਾਵਲ ਦੀ ਫਸਲ ਤੇ ਜਾਂ ਧਾਨ ਦੀ ਫਸਲ ਤੇ ਵੀ ਇਹਨਾਂ ਨੂੰ ਵਿਚਾਰਿਆਂ ਨੂੰ ਇਹੀ ਨਾ ਕੁਛ ਹੋਵੇ। ਲਿਹਾਜ਼ਾ ਸਾਡੇ ਜ਼ਿਮੀਦਾਰਾਂ ਨੂੰ ਇਹ ਤਾਂ ਫਾਇਦਾ ਹੈ ਕਿ ਆਪਣੀ ਫਸਲ ਬਿਹਤਰ ਕਰ ਸਕਦੇ ਨੇ, ਲੇਕਿਨ ਇਹਦੇ ਨਾਲ ਨਾਲ ਸਾਨੂੰ ਬਾਕੀ ਜਿਹੜੇ ਇਹਦੇ ਨੁਕਸਾਨਾਤ ਨੇ ਸਾਵਣ ਭਾਦੋ ਦੀ ਵਜ੍ਹਾ ਤੋਂ, ਉਹਦਾ ਵੀ ਖਿਆਲ ਕਰਨਾ ਚਾਹੀਦਾ। ਤੀਸਰਾ, ਇੱਕ ਹੋਰ ਜਿਹੜੀ ਗੱਲ ਮੈਂ ਆਮ ਤੌਰ ਤੇ ਕਰਨੀ ਚਾਹੁੰਦਾ, ਉਹ ਥੋੜਾ ਜਿਹਾ ਇhtiyat ਇਹ ਕਰੋ ਕਿ ਜਿਹੜੇ ਹੈ ਨਾਲੇ ਉਹਨਾਂ ਦੇ ਵਿੱਚ ਕੂੜਾ ਕਰਕਟ ਨਾ ਸੁੱਟੋ, ਛਾਪਰ ਨਾ ਸੁੱਟੋ, ਤਾਂ ਕਿ ਪਾਣੀ ਅਗਰ ਬਾਰਿਸ਼ ਦਾ ਜ਼ਿਆਦਾ ਆ ਰਿਹਾ ਉਹ ਨਾਲੇ ਦੇ ਵਿੱਚ ਆਰਾਮ ਨਾਲ ਨਿਕਲ ਜਾਏ। ਜਦੋਂ ਛਾਪਰਾਂ ਨਾਲ ਉਹ ਭਰੇ ਹੁੰਦੇ ਨੇ, ਕੂੜੇ ਕਰਕਟ ਨਾਲ ਭਰ ਜਾਂਦੇ ਨੇ ਨਾਲੇ, ਤੇ ਫਿਰ ਉਹ ਪਾਣੀ ਨਹੀਂ ਨਿਕਲਦਾ। ਬਾਹਰ ਜਾਣ ਦੀ ਬਜਾਏ ਗਲੀਆਂ ਮੁਹੱਲਿਆਂ 'ਚ ਇੰਨਾ ਪਾਣੀ ਹੁੰਦਾ ਜਿਹਦਾ ਹਿਸਾਬ ਕੋਈ ਨਹੀਂ, ਔਰ ਪੂਰਾ ਪੂਰਾ ਦਿਨ ਵਿਚਾਰੇ ਲੋਕ ਪੈਦਲ ਚੱਲਣ ਦਾ ਰਸਤਾ ਕੋਈ ਨਹੀਂ ਮਿਲਦਾ। ਲਿਹਾਜ਼ਾ एहतियात करने चाहिए, अल्लाह को अच्छा मंगना चाहिए, अच्छा करना चाहिए, अच्छा सोचना चाहिए, और अल्लाह के फजल में फिर अच्छा ही होएगा। अस्सलाम वालेकुम, अल्लाह हाफिज़।